ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ। ਸਪੀਰੀਅਰ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ। ਆਪਣੇ ਇਸ ਚੈਨਲ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੋਲਿਟੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ, ਜਿਸ ਦਾ ਨਾਮ ਹੈ ਜੀ ਰਿਟਸ ਐਂਡ ਦੇਅਰ ਟਾਈਪਸ। ਰਿਟ ਕੀ ਹੈ ਤੇ ਇਸ ਦੀਆਂ ਕਿੰਨੀਆਂ ਕਿਸਮਾਂ ਨੇ, ਕਿਹੜੀਆਂ ਕਿਸਮਾਂ ਸਾਨੂੰ ਮਿਲਦੀਆਂ ਨੇ ਰਿਟ ਦੀਆਂ। ਠੀਕ ਹੈ, ਤਾਂ ਇਹ ਇੱਕ ਅਜਿਹਾ ਟੌਪਿਕ ਹੈ ਜਿਸ ਦੇ ਨਾਲ ਸੰਬੰਧਿਤ ਜੋ ਵੀ ਐਗਜ਼ਾਮ ਆ ਜਿਸ ਦੇ ਵਿੱਚ ਜੀਕੇ ਪੁੱਛੀ ਜਾਂਦੀ ਹੈ, ਠੀਕ ਹੈ, ਤਾਂ ਉੱਥੇ ਇਹ ਸਾਨੂੰ ਕੁਐਸਚਨ ਆਮ ਹੀ ਵੇਖਣ ਨੂੰ ਮਿਲਦਾ। ਹਰ ਇੱਕ ਐਗਜ਼ਾਮ ਦੇ ਵਿੱਚ ਇਸ ਤਰ੍ਹਾਂ ਦਾ ਕੁਐਸਚਨ ਸਾਨੂੰ ਮਿਲਦਾ ਜੋ ਕਿਸ ਨਾਲ ਸੰਬੰਧ ਰੱਖਦਾ ਹੈ ਜੀ, ਰਿਟ ਦੇ ਨਾਲ ਸੰਬੰਧ ਰੱਖਦਾ ਹੈ ਜਾਂ ਇਸ ਦੀਆਂ ਕਿਸਮਾਂ ਦੇ ਨਾਲ ਸੰਬੰਧ ਰੱਖਦਾ ਹੈ। ਠੀਕ ਹੈ, ਅਤੇ ਜਾਂ ਫਿਰ ਇਹੋ ਜਿਹੀ ਕੋਈ ਸਿਚੁਏਸ਼ਨ ਦੇ ਦਿੱਤੀ ਜਾਂਦੀ ਹੈ ਕਿ ਜੇ ਇਸ ਤਰ੍ਹਾਂ ਹੋਵੇਗਾ ਤਾਂ ਤੁਸੀਂ ਕਿਹੜੀ ਰਿਟ ਦੀ ਕਿਸਮ ਅਧੀਨ ਰਿਟ ਜਾਰੀ ਕਰਵਾ ਸਕਦੇ ਹੋ, ਸੁਪਰੀਮ ਕੋਰਟ ਤੋਂ ਜਾਂ ਹਾਈ ਕੋਰਟ ਤੋਂ। ਸੋ ਇਹ ਵਾਲੇ ਟੌਪਿਕ ਤੁਸੀਂ ਸਾਰਿਆਂ ਨੇ ਬਹੁਤ ਧਿਆਨ ਨਾਲ ਕਰਨਾ ਹੈ ਕਿ ਰਿਟ ਕੀ ਹੈ ਅਤੇ ਇਹਦੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਕਿ ਜਾਰੀ ਕੀਤੀਆਂ ਜਾ ਸਕਦੀਆਂ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੁਆਰਾ। ਸੋ ਅੱਜ ਦਾ ਟੌਪਿਕ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ, ਆਪਾਂ ਸਾਰੇ ਐਗਜ਼ਾਮਪਲਸ ਦੇ ਨਾਲ ਸਮਝਾਂਗੇ ਅਤੇ ਆਸ ਹੈ ਕਿ ਤੁਹਾਨੂੰ ਆਪਣਾ ਅੱਜ ਦਾ ਲੈਕਚਰ ਜਿਹੜਾ ਉਹ ਪਸੰਦ ਆਏਗਾ। ਓਕੇ ਜੀ, ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਬਿਨਾਂ ਕਿਸੇ ਦੇਰ ਤੋਂ। ਹਾਂਜੀ, ਇਸ ਤੋਂ ਪਹਿਲਾਂ ਕਿ ਆਪਣਾ ਅੱਜ ਦਾ ਲੈਕਚਰ ਆਪਾਂ ਸਟਾਰਟ ਕਰੀਏ, ਥੋੜ੍ਹੀ ਜਿਹੀ ਜਨਰਲ ਡਿਸਕਸ਼ਨ ਕਰ ਲੈਂਦੇ ਹਾਂ ਆਪਾਂ, ਕਿਉਂਕਿ ਇਸ ਦੇ ਨਾਲ ਹੀ ਤੁਹਾਨੂੰ ਸਮਝ ਆਏਗੀ ਕਿ ਅਸਲ ਦੇ ਵਿੱਚ ਜਿਹੜੀਆਂ ਰਿਟਸ ਨੇ ਉਹ ਕਿਉਂ ਬਣਾਈਆਂ ਗਈਆਂ। ਠੀਕ ਹੈ, ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਨੁਛੇਦ ਨੰਬਰ 14 ਤੋਂ ਲੈ ਕੇ 32 ਤੱਕ ਸਾਨੂੰ ਮੌਲਿਕ ਅਧਿਕਾਰ ਆ ਜਿਹੜੇ ਉਹ ਮਿਲੇ ਹੋਏ ਨੇ। ਠੀਕ ਹੈ, ਫੰਡਾਮੈਂਟਲ ਰਾਈਟਸ। ਤਾਂ ਇਹਨਾਂ ਦੀ ਸੁਰੱਖਿਆ ਦੇ ਲਈ ਜਿਹੜੀਆਂ ਇਹ ਰਿਟਸ ਨੇ ਉਹ ਜਾਰੀ ਕੀਤੀਆਂ ਜਾ ਸਕਦੀਆਂ। ਠੀਕ ਹੈ, ਹੁਣ ਇੱਥੇ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਮੌਲਿਕ ਅਧਿਕਾਰਾਂ ਸੰਬੰਧੀ ਹੀ ਜਿਹੜੀਆਂ ਇਹ ਰਿਟਾਂ ਜਾਰੀ ਕੀਤੀਆਂ ਜਾ ਸਕਦੀਆਂ ਜਾਂ ਕਿਸੇ ਹੋਰ ਅਧਿਕਾਰ ਸੰਬੰਧੀ ਵੀ ਹੋ ਸਕਦੀਆਂ ਨੇ। ਤਾਂ ਯੈਸ, ਹੋਰ ਅਧਿਕਾਰਾਂ ਸੰਬੰਧੀ ਵੀ ਇਹ ਰਿਟਾਂ ਜਾਰੀ ਹੋ ਸਕਦੀਆਂ ਨੇ ਜੇਕਰ ਉਹਨਾਂ ਦੀ ਉਲੰਘਣਾ ਹੋ ਰਹੀ ਹੈ। ਠੀਕ ਹੈ, ਫਰਕ ਕੀ ਰਹੇਗਾ ਉਹ ਅਸੀਂ ਅੱਗੇ ਜਾ ਕੇ ਲੈਕਚਰ ਦੇ ਵਿੱਚ ਦੇਖਾਂਗੇ। ਇੱਥੇ ਸਿਰਫ ਤੁਸੀਂ ਇੰਨੀ ਗੱਲ ਹੀ ਧਿਆਨ ਦੇ ਵਿੱਚ ਰੱਖਣੀ ਹੈ ਕਿ ਜੋ ਸਾਨੂੰ 32 ਨੰਬਰ ਅਨੁਛੇਦ ਦੇ ਵਿੱਚ ਅਧਿਕਾਰ ਮਿਲਿਆ ਹੋਇਆ ਹੈ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, ਉਹ ਕਿਉਂ ਦਿੱਤਾ ਗਿਆ ਜੀ? ਉਹ ਸਾਡੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਦਿੱਤਾ ਗਿਆ ਅਤੇ ਇਸੇ ਅਨੁਛੇਦ ਦੇ ਅਧੀਨ ਜਿਹੜੀ ਸੁਪਰੀਮ ਕੋਰਟ ਹੈ ਉਹ ਰਿਟ ਜਾਰੀ ਕਰ ਸਕਦੀ ਹੈ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਠੀਕ ਹੈ, ਬਟ ਜਿਹੜਾ ਹਾਈ ਕੋਰਟ ਹੈ ਉਸਦਾ ਜਿਹੜਾ ਪ੍ਰੋਸੀਜਰ ਆ ਉਹ ਥੋੜ੍ਹਾ ਅਲੱਗ ਹੈ, ਉਹ ਆਪਾਂ ਲੈਕਚਰ ਦੇ ਵਿੱਚ ਅੱਗੇ ਜਾ ਕੇ ਦੇਖਾਂਗੇ। ਠੀਕ ਹੈ, ਤਾਂ ਇੱਥੋਂ ਤੱਕ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਕਿ ਰਿਟ ਲਗਾਈ ਕਿਉਂ ਜਾਂਦੀ ਹੈ ਜੇਕਰ ਕਿਸੇ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਜਾਂ ਫਿਰ ਕਿਸੇ ਕਾਨੂੰਨੀ ਅਧਿਕਾਰ ਦੀ ਉਲੰਘਣਾ ਹੋਈ ਹੈ। ਠੀਕ ਹੈ ਜੀ, ਅਤੇ ਰਿਟਸ ਜਾਰੀ ਕੌਣ ਕਰ ਸਕਦਾ ਹੈ? ਕੋਰਟਸ ਜਾਰੀ ਕਰ ਸਕਦੀਆਂ, ਚਾਹੇ ਉਹ ਸੁਪਰੀਮ ਕੋਰਟ ਹੈ ਜਾਂ ਹਾਈ ਕੋਰਟ ਹੈ। ਠੀਕ ਹੈ, ਅਤੇ ਇਸ ਤੋਂ ਨਿਚਲੇ ਲੈਵਲ ਦੀਆਂ ਜਿਹੜੀਆਂ ਕੋਰਟਸ ਨੇ ਉਹ ਵੀ ਕਰ ਸਕਦੀਆਂ। ਮਤਲਬ ਕਰ ਕਿਹਨੂੰ ਸਕਦੀਆਂ ਕਿ ਆਪਣੇ ਤੋਂ ਜਿਹੜਾ ਉਹਨਾਂ ਤੋਂ ਨੀਵੀਂ ਅਦਾਲਤ ਹੈ। ਠੀਕ ਹੈ, ਯਾਨੀ ਕਿ ਉੱਚ ਅਦਾਲਤ ਆਪਣੇ ਤੋਂ ਨੀਵੀਂ ਅਦਾਲਤ ਨੂੰ ਇਹ ਰਿਟਸ ਜਾਰੀ ਕਰ ਸਕਦੀ ਹੈ ਜਾਂ ਫਿਰ ਕਿਸੇ ਵਿਅਕਤੀ ਨੂੰ ਜਾਂ ਫਿਰ ਕਿਸੇ ਸਰਕਾਰੀ ਸੰਸਥਾ ਨੂੰ। ਓਕੇ ਜੀ, ਸ਼ੁਰੂ ਕਰਦੇ ਹਾਂ ਫਿਰ ਆਪਣਾ ਲੈਕਚਰ। ਹਾਂਜੀ, ਜਦੋਂ ਗੱਲ ਚੱਲੇਗੀ ਰਿਟਸ ਦੀ ਤਾਂ ਸਾਡੇ ਮਾਈਂਡ ਦੇ ਵਿੱਚ ਦੋ ਅਨੁਛੇਦ ਆਉਣੇ ਚਾਹੀਦੇ ਨੇ। ਕਿਹੜੇ? ਅਨੁਛੇਦ ਨੰਬਰ 32 ਅਤੇ ਅਨੁਛੇਦ ਨੰਬਰ 226। ਠੀਕ ਹੈ, ਇਸ ਦੇ ਅਧੀਨ 32 ਦੇ ਅਧੀਨ ਸੁਪਰੀਮ ਕੋਰਟ ਜਾਰੀ ਕਰੇਗੀ ਰਿਟ ਅਤੇ 226 ਦੇ ਅਧੀਨ ਹਾਈ ਕੋਰਟ ਜਾਰੀ ਕਰੇਗੀ। ਓਕੇ, ਤੁਹਾਡੇ ਦੋ ਕੁਐਸਚਨ ਇੱਥੇ ਕਲੀਅਰ ਹੁੰਦੇ ਨੇ। ਨੈਕਸਟ ਹੈ ਜੀ ਮੌਲਿਕ ਅਧਿਕਾਰਾਂ ਦੀ ਰੱਖਿਅਕ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਸੁਪਰੀਮ ਕੋਰਟ ਨੂੰ। ਇਹ ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ, ਇਸੇ ਕਰਕੇ ਮੈਂ ਇਸਨੂੰ ਪਹਿਲੇ ਨੰਬਰ 'ਤੇ ਲੈ ਲਿਆ। ਠੀਕ ਹੈ, ਵਿਵਸਥਾ ਕਿਹੜੇ ਵਿੱਚ ਹੈ ਜੀ? ਅਨੁਛੇਦ ਨੰਬਰ 32 ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਅਗਲਾ ਸਾਡਾ ਕੁਐਸਚਨ ਹੈ, ਇਹ ਵੀ ਰਿਪੀਟਡਲੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ। ਡਾਕਟਰ BR ਅੰਬੇਦਕਰ ਅਨੁਛੇਦ ਨੰਬਰ 32 ਨੂੰ ਕੀ ਮੰਨਦੇ ਨੇ ਜੀ? ਸੰਵਿਧਾਨ ਦਾ ਦਿਲ ਅਤੇ ਆਤਮਾ। ਵੈਰੀ ਇੰਪੋਰਟੈਂਟ ਕੁਐਸਚਨ। ਠੀਕ ਹੈ, ਅੱਗੇ ਅਸੀਂ ਚੱਲਦੇ ਹਾਂ ਕਿ ਮੌਲਿਕ ਅਧਿਕਾਰਾਂ ਦੀ ਰੱਖਿਆ ਸੰਬੰਧੀ ਰਿਟ ਜਾਰੀ ਕਰਨ ਦੀ ਸ਼ਕਤੀ ਕਿਸ ਕੋਲ ਹੈ। ਠੀਕ ਹੈ, ਤਾਂ ਹੁਣ ਆਹ ਵਾਲਾ ਪੁਆਇੰਟ ਬਹੁਤ ਹੀ ਧਿਆਨ ਨਾਲ ਸੁਣਨਾ ਸਾਰਿਆਂ ਨੇ। ਦੇਖੋ, ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਦੇ ਲਈ ਦੋਨੇ ਹੀ ਜਿਹੜੀਆਂ ਕੋਰਟਸ ਨੇ, ਚਾਹੇ ਉਹ ਹਾਈ ਕੋਰਟ ਹੈ ਚਾਹੇ ਉਹ ਸੁਪਰੀਮ ਕੋਰਟ ਹੈ, ਸਾਨੂੰ ਅਧਿਕਾਰ ਪ੍ਰਦਾਨ ਕਰਦੀਆਂ ਨੇ। ਠੀਕ ਹੈ, ਉਹਨਾਂ ਦੋਨਾਂ ਦੀ ਅਸੀਂ ਸ਼ਰਨ ਜਾ ਕੇ ਲੈ ਸਕਦੇ ਹਾਂ ਜੇਕਰ ਸਾਡੇ ਮੌਲਿਕ ਅਧਿਕਾਰਾਂ ਦੀ ਕਿਤੇ ਵੀ ਉਲੰਘਣਾ ਹੋਈ ਹੈ ਜਾਂ ਕਿਸੇ ਨੇ ਸਾਡੇ ਤੋਂ ਸਾਡੇ ਮੌਲਿਕ ਅਧਿਕਾਰ ਖੋਏ ਨੇ। ਠੀਕ ਹੈ, ਤਾਂ ਹੁਣ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਅਨੁਛੇਦ 32 ਨੰਬਰ। ਜਦੋਂ ਅਨੁਛੇਦ 32 ਸਾਡੇ ਦਿਮਾਗ ਦੇ ਵਿੱਚ ਆ ਗਿਆ ਤਾਂ ਨਾਲ ਦੀ ਨਾਲ ਸੁਪਰੀਮ ਕੋਰਟ ਸਾਡੇ ਮਾਈਂਡ ਦੇ ਵਿੱਚ ਆਉਣੀ ਚਾਹੀਦੀ ਹੈ।
ठीक है। ਤਾਂ ਹੁਣ ਇੱਕ ਚੀਜ਼ ਹੋਰ ਧਿਆਨ 'ਚ ਰੱਖ ਲਿਓ ਕਿ ਸੁਪਰੀਮ ਕੋਰਟ ਰਿਟ ਤਾਂ ਹੀ ਜਾਰੀ ਕਰੇਗੀ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਠੀਕ ਹੈ, ਕੋਈ ਵੀ ਅਜਿਹਾ ਮਾਮਲਾ ਜਿਸ ਦਾ ਸੰਬੰਧ ਮੌਲਿਕ ਅਧਿਕਾਰਾਂ ਦੇ ਨਾਲ ਹੈ, ਜਿਸ ਦੇ ਵਿੱਚ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਨੂੰ ਹਾਨੀ ਪਹੁੰਚਾਈ ਗਈ ਹੈ, ਉਸ ਦੇ ਸੰਬੰਧੀ ਹੀ ਅਸੀਂ ਅਪੀਲ ਕਰ ਸਕਦੇ ਹਾਂ ਸੁਪਰੀਮ ਕੋਰਟ ਦੇ ਵਿੱਚ, ਅਤੇ ਤਾਂ ਹੀ ਜਿਹੜੀ ਸੁਪਰੀਮ ਕੋਰਟ ਆ ਉਹ ਆਪਣੀ ਰਿਟ ਜਾਰੀ ਕਰੇਗੀ। ਠੀਕ ਹੈ, ਮੇਨ ਫੋਕਸ ਆਪਾਂ ਕਿਤੇ ਦਿੱਤਾ ਮੌਲਿਕ ਅਧਿਕਾਰਾਂ ਸੰਬੰਧੀ, ਮਤਲਬ ਕੀ ਹੈ ਕਿ ਭਾਗ ਨੰਬਰ 3 ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਦਿੱਤੇ ਗਏ ਆ ਉਹਨਾਂ ਨਾਲ ਸੰਬੰਧ ਹੋਣਾ ਚਾਹੀਦਾ। ਫਿਰ ਕਿਤੇ ਜਾ ਕੇ ਅਸੀਂ ਸ਼ਰਨ ਲੈ ਸਕਦੇ ਹਾਂ ਸੁਪਰੀਮ ਕੋਰਟ ਦੀ। ਕਲੀਅਰ। ਇਸ ਤੋਂ ਉਲਟ ਕੀ ਹੈ, ਜੋ ਹਾਈ ਕੋਰਟ ਹੈ, ਹਾਈ ਕੋਰਟ ਮੌਲਿਕ ਅਧਿਕਾਰਾਂ ਦੀ ਜੇਕਰ ਉਲੰਘਣਾ ਹੋ ਰਹੀ ਹੈ ਤਾਂ ਵੀ ਰਿਟ ਜਾਰੀ ਕਰ ਸਕਦੀ ਹੈ, ਬਟ ਇਸ ਦੇ ਨਾਲ ਨਾਲ ਜੇਕਰ ਕਿਸੇ ਕਾਨੂੰਨੀ ਅਧਿਕਾਰ ਸੰਬੰਧੀ ਵੀ ਕੋਈ ਉਲੰਘਣਾ ਹੋਈ ਹੈ ਤਾਂ ਵੀ ਅਸੀਂ ਸ਼ਰਨ ਲੈ ਸਕਦੇ ਹਾਂ ਕਿਸ ਦੀ ਜੀ, ਹਾਈ ਕੋਰਟ ਦੀ। ਠੀਕ ਹੈ, ਤਾਂ ਹੁਣ ਇੱਥੇ ਇੱਕ ਗੱਲ ਮਾਈਂਡ ਦੇ ਵਿੱਚ ਫਿੱਟ ਕਰ ਲੈਣੀ ਆ, ਭਾਵੇਂ ਕਿ ਅਸੀਂ ਅੱਜ ਤੱਕ ਪੜ੍ਹਦੇ ਆਏ ਹਾਂ ਕਿ ਮੌਲਿਕ ਅਧਿਕਾਰਾਂ ਦੀ ਜਿਹੜੀ ਰੱਖਿਆ ਸੰਬੰਧੀ ਜਾਂ ਕਿਸੇ ਵੀ ਹੋਰ ਮਾਮਲੇ ਦੇ ਵਿੱਚ ਜ਼ਿਆਦਾ ਸ਼ਕਤੀਆਂ ਕਿਹਨੂੰ ਮਿਲੀਆਂ ਹੋਈਆਂ, ਸੁਪਰੀਮ ਕੋਰਟ ਨੂੰ। ਸੁਪਰੀਮ ਮਤਲਬ ਸੁਪਰੀਮ ਪਾਵਰ, ਯਾਨੀ ਕਿ ਜ਼ਿਆਦਾ ਸ਼ਕਤੀਆਂ ਸੁਪਰੀਮ ਕੋਰਟ ਨੇ, ਬਟ ਆਹ ਵਾਲੇ ਕੇਸ ਦੇ ਵਿੱਚ ਇਦੋਂ ਬਿਲਕੁਲ ਉਲਟ ਹੈ। ਠੀਕ ਹੈ, ਸੁਪਰੀਮ ਕੋਰਟ ਸਿਰਫ ਤੇ ਸਿਰਫ ਕਿਸ ਸੰਬੰਧੀ ਗੌਰ ਕਰੇਗੀ, ਓਨਲੀ ਮੌਲਿਕ ਅਧਿਕਾਰਾਂ ਸੰਬੰਧੀ, ਜਦਕਿ ਹਾਈ ਕੋਰਟ ਹੈ ਜਿਹੜੀ ਉਹ ਮੌਲਿਕ ਅਧਿਕਾਰਾਂ ਦੇ ਨਾਲ ਨਾਲ ਕਾਨੂੰਨੀ ਅਧਿਕਾਰਾਂ ਸੰਬੰਧੀ ਵੀ ਰਿਟ ਜਾਰੀ ਕਰ ਸਕਦੀ ਹੈ। ਠੀਕ ਹੈ ਜੀ। ਤਾਂ ਹੁਣ ਜੇ ਆਪਾਂ ਇੱਥੇ ਇੱਕ ਐਗਜ਼ਾਮਪਲ ਲਈਏ, ਐਗਜ਼ਾਮਪਲ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਦੇਖੋ, ਜੋ ਸਾਡਾ ਕਾਨੂੰਨੀ ਅਧਿਕਾਰ ਹੈ, ਜੋ ਕਿ ਸੰਪत्ति ਦਾ ਅਧਿਕਾਰ ਪਹਿਲਾਂ ਮੌਲਿਕ ਅਧਿਕਾਰ ਹੁੰਦਾ ਸੀ, ਕੱਢ ਕੇ ਹੁਣ ਉਹ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਜਦ ਸੰਪत्ति ਦੇ ਨਾਲ ਸੰਬੰਧਿਤ ਕੋਈ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਉਸ ਦੇ ਲਈ ਅਪੀਲ ਕਰ ਸਕਦੇ ਹਾਂ ਹਾਈ ਕੋਰਟ ਦੇ ਵਿੱਚ। ਠੀਕ ਹੈ, ਤਾਂ ਉਹ ਹਾਈ ਕੋਰਟ ਰਿਟ ਜਾਰੀ ਕਰੇਗੀ ਸੰਬੰਧਿਤ ਸੰਸਥਾ ਨੂੰ ਜਾਂ ਸੰਬੰਧਿਤ ਕਿਸੇ ਇੰਡੀਵਿਜੂਅਲ ਵਿਅਕਤੀ ਨੂੰ। ਠੀਕ ਹੈ, ਬਟ ਹੁਣ ਅਸੀਂ ਸੰਪत्ति ਦੇ ਸੰਬੰਧ ਦੇ ਕੋਈ ਵੀ ਮਾਮਲੇ ਸੰਬੰਧੀ ਜਿਹੜੀ ਰਿਟ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾਰੀ ਨਹੀਂ ਕਰ ਸਕਦੇ, ਕਿਉਂਕਿ ਉਸ ਦਾ ਸੰਬੰਧ ਹੁਣ ਮੌਲਿਕ ਅਧਿਕਾਰਾਂ ਦੇ ਨਾਲ ਨਹੀਂ ਹੈ। ਠੀਕ ਹੈ ਜੀ। ਹੁਣ ਮੌਲਿਕ ਅਧਿਕਾਰ ਕਿਹੜੇ ਕਿਹੜੇ ਆ ਉਹ ਅਲੱਗ ਵਿਸ਼ਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਉਹਨਾਂ ਸਾਰਿਆਂ ਨਾਲ ਰਿਲੇਟਡ ਜੇਕਰ ਉਹਨਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਹੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹਾਂ, ਅਤੇ ਤਾਂ ਹੀ ਜਿਹੜੀ ਸੁਪਰੀਮ ਕੋਰਟ ਆ ਉਸ ਸੰਬੰਧੀ ਰਿਟ ਜਾਰੀ ਕਰ ਸਕਦੀ ਹੈ। ਕਲੀਅਰ। ਅੱਗੇ ਚੱਲਦੇ ਹਾਂ ਆਪਾਂ। ਕਿਸੇ ਵੀ ਰਾਜ ਜਾਂ ਵਿਅਕਤੀ ਨੂੰ ਅਗਰ ਰਿਟ ਜਾਰੀ ਕਰਨੀ ਹੈ, ਠੀਕ ਹੈ, ਯਾਨੀ ਕਿ ਜਿਹੜੀ ਸੁਪਰੀਮ ਕੋਰਟ ਹੈ, ਹੁਣ ਆਪਾਂ ਪਹਿਲਾਂ ਗੱਲ ਕਰ ਲਈ ਕਿ ਸਰਵਉੱਚ ਹੈ, ਇਹ ਸਾਰੀਆਂ ਸ਼ਕਤੀਆਂ ਇਹਦੇ ਕੋਲ ਨੇ, ਤਾਂ ਇਹਦਾ ਕੰਟਰੋਲ ਪੂਰੇ ਦੇਸ਼ ਦੇ ਉੱਪਰ ਹੈ। ਠੀਕ ਹੈ, ਤਾਂ ਕਿਸੇ ਵੀ ਰਾਜ ਦਾ ਕੋਈ ਵੀ ਵਿਅਕਤੀ ਹੈ, ਕੋਈ ਵੀ ਸੰਸਥਾ, ਉਹਨੂੰ ਇਹ ਰਿਟ ਜਾਰੀ ਕਰ ਸਕਦੀ ਹੈ ਜੇਕਰ ਉਸ ਸੰਸਥਾ ਨੇ ਜਾਂ ਉਸ ਵਿਅਕਤੀ ਨੇ ਕਿਸੇ ਹੋਰ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਠੀਕ ਹੈ, ਜਾਂ ਉਸ ਦੇ ਮੌਲਿਕ ਅਧਿਕਾਰਾਂ ਨੂੰ ਹਾਨੀ ਪਹੁੰਚਾਈ ਹੈ। ਬਟ ਜੋ ਹਾਈ ਕੋਰਟ ਹੈ, ਇਸ ਦਾ ਜਿਹੜਾ ਦਾਇਰਾ ਉਹ ਸੀਮਤ ਹੈ। ਕਿਉਂ ਸੀਮਤ ਹੈ? ਕਿਉਂਕਿ ਜਿਸ ਰਾਜ ਦੀ ਹਾਈ ਕੋਰਟ ਹੋਏਗੀ, ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਆ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੈ, ਤਾਂ ਉੱਥੇ ਸਿਰਫ ਪੰਜਾਬ ਅਤੇ ਹਰਿਆਣਾ ਦੇ ਜਿਹੜੇ ਮਾਮਲੇ ਆ ਉਹਨਾਂ ਸੰਬੰਧੀ ਰਿਟ ਲਗਾਈ ਜਾ ਸਕਦੀ ਹੈ। ਬਟ ਸੁਪਰੀਮ ਕੋਰਟ ਦੇ ਵਿੱਚ ਸਾਰੇ ਰਾਜਾਂ ਦੇ ਵਿੱਚੋਂ ਕਿਸੇ ਵੀ ਰਾਜ ਦਾ ਜਿਹੜਾ ਵਿਅਕਤੀ ਹੈ ਜਾਂ ਕੋਈ ਵੀ ਸੰਸਥਾ ਗੀ ਉਹ ਰਿਟ ਲਗਾ ਸਕਦੀ ਹੈ। ਠੀਕ ਹੈ, ਇਹ ਕਾਮਨ ਜੀ ਗੱਲ ਹੈ, ਇਹਨੂੰ ਨੋਟ ਰੱਖ ਲਿਓ। ਓਕੇ ਜੀ, ਅੱਗੇ ਚੱਲਦੇ ਹਾਂ। ਹੁਣ ਰਿਟ ਜੇ ਆਪਾਂ ਸਧਾਰਨ ਅਰਥ ਕਰ ਲਈਏ, ਸਧਾਰਨ ਅਰਥ ਕੀ ਹੈ ਤਾਂ ਉਹ ਹੈ ਜੀ ਕਮਾਂਡ ਜਾਂ ਆਰਡਰ ਜਾਂ ਆਦੇਸ਼, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਠੀਕ ਹੈ, ਅੱਗੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇੱਥੋਂ ਬਣਦੇ ਨੇ ਜੀ ਕੁਐਸਚਨ ਸਾਰੇ। ਇਸ ਤੋਂ ਪਹਿਲਾਂ ਦੇ ਜਿੰਨੇ ਵੀ ਆਪਾਂ ਪਹਿਲਾਂ ਕੁਐਸਚਨ ਕੀਤੇ ਨੇ ਉਹ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ, ਉਹ ਮੈਂ ਤਾਂ ਹੀ ਸ਼ਾਮਿਲ ਕੀਤੇ ਨੇ। ਠੀਕ ਹੈ, ਜੋ ਸਿਚੁਏਸ਼ਨ ਦੇ ਕੇ ਕੁਐਸਚਨ ਦੇ ਵਿੱਚ ਇੱਕ ਸਿਚੁਏਸ਼ਨ ਦੇ ਦਿੱਤੀ ਜਾਂਦੀ ਹੈ, ਕਿਸ ਤਰ੍ਹਾਂ ਦੀ ਸਿਚੁਏਸ਼ਨ ਦਿੱਤੀ ਜਾਂਦੀ ਹੈ ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਉਹ ਕੁਐਸਚਨ ਸਾਰੇ ਮਿਲਣਗੇ ਸਾਨੂੰ ਰਿਟਸ ਦੇ ਵਿੱਚੋਂ, ਰਿਟਸ ਦੀਆਂ ਟਾਈਪਸ ਦੇ ਵਿੱਚੋਂ। ਹਾਂਜੀ, 5 ਪ੍ਰਕਾਰ ਦੇ ਲੇਖ ਆ, ਪੰਜਾਬੀ 'ਚ ਇਹਨੂੰ ਆਪਾਂ ਲੇਖ ਕਹਿ ਦਿੰਦੇ ਹਾਂ, ਵੈਸੇ ਇਹਨੂੰ ਰਿਮੈਡੀ ਵੀ ਕਹਿ ਦਿੰਦੇ ਆ। ਠੀਕ ਹੈ, ਤਾਂ ਆਪਾਂ ਸਿਰਫ ਰਿਟਸ ਹੀ ਰਿਟਸ ਵਰਡ ਸੌਖਾ ਹੈ, ਇਹੀ ਲੈ ਕੇ ਚੱਲਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਹੈ ਜੀ ਪੰਜਾਬੀ ਦੇ ਵਿੱਚ ਕਰਾਂਗੇ, ਨਾਲ ਦੀ ਨਾਲ ਇੰਗਲਿਸ਼ ਦੇ ਵਿੱਚ। ਕਲੀਅਰ। ਤਾਂ ਪਹਿਲਾਂ ਤੁਸੀਂ ਇਹ ਦਿਮਾਗ ਦੇ ਵਿੱਚ ਰੱਖਣਾ ਕਿ ਜਿਹੜਾ ਵਰਡ ਹੈ ਉਹ ਜਿਹੜੇ ਸਾਨੂੰ ਆ ਵਰਡ ਮਿਲੇ ਹੋਏ ਨੇ ਇਹਨਾਂ ਦੇ ਨਾਮ ਹੈ ਉਹ ਲੈਟਿਨ ਵਰਡ ਨੇ, ਲਤੀਨੀ ਭਾਸ਼ਾ ਦੇ ਸ਼ਬਦ। ਠੀਕ ਹੈ, ਇਹ ਚੀਜ਼ ਯਾਦ ਰੱਖਿਓ, ਇਹ ਕੁਐਸਚਨ ਇੰਪੋਰਟੈਂਟ ਬਣਦਾ। ਪਹਿਲੀ ਸਾਡੀ ਰਿਟ ਹੈ ਜੀ ਬੰਦੀ ਪ੍ਰਤੱਖ ਕਰਨ ਲੇਖ, ਹੈਬਿਸ ਕਾਰਪਸ। ਦੂਸਰਾ ਹੈ ਜੀ ਫਰਮਾਨ ਲੇਖ, ਮੈਂਡਾਮਸ ਰਿਟ।
तीसरा है जी वर्जन लेख, वर्जना, प्रोहिबिशन, ठीक है। अगला है जी अधिकार प्रशा लेख, क्यूब्रंटो, ਤੇ ਲਾਸਟ ਹੈ ਜੀ ਉਤਪ੍ਰੇਖਣ ਲੇਖ, ਸ਼ਰਸ਼ਰੀ, ਠੀਕ ਹੈ। ਤਾਂ ਇਹ ਸਾਡੇ 5 ਕੀ ਨੇ ਜੀ, ਇਹ ਨੇ ਸਾਡੇ ਲੇਖ। ਲੇਖ ਮੀਨਸ ਰਿਟਸ, ਰਿਟਸ ਦੀਆਂ ਟਾਈਪਸ। ਓਕੇ, ਚਲੋ ਹੁਣ ਅੱਗੇ ਆਪਾਂ ਵਿਸਥਾਰਪੂਰਵਕ ਕੱਲੀ ਕੱਲੀ ਰਿਟ ਪੜਾਂਗੇ। ਦੇਖੋ ਇਹ ਜੋ ਸਕਰੀਨ ਉੱਪਰ ਤੁਹਾਨੂੰ ਲਿਖਿਆ ਹੋਇਆ ਨਾ, ਇਹਨੂੰ ਤੁਸੀਂ ਬਾਅਦ 'ਚ ਪੜ੍ਹਨਾ, ਪਹਿਲਾਂ ਤੁਸੀਂ ਧਿਆਨ ਨਾਲ ਸੁਣ ਲੈਣਾ, ਠੀਕ ਹੈ। ਕਿਉਂਕਿ ਇਸ ਦੇ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਜਾਊਗਾ ਕਿ ਕੀ ਕਹਿਣੀ ਚਾਹੁੰਦੀ ਹੈ ਰਿਟ। ਨਾਮ ਹੈ ਜੀ ਬੰਦੀ ਪ੍ਰਤੱਖ ਕਰਨ। ਸਧਾਰਨ ਪੰਜਾਬੀ ਭਾਸ਼ਾ ਦੇ ਵਿੱਚ ਜੇ ਆਪਾਂ ਸਮਝੀਏ ਤਾਂ ਬੰਦੀ ਮਤਲਬ ਜੋ ਬੰਦੀ ਬਣਾਇਆ ਹੋਇਆ, ਕੈਦੀ, ਠੀਕ ਹੈ। ਪ੍ਰਤੱਖ ਮਤਲਬ ਸਾਹਮਣੇ, ਕਰਨ ਮਤਲਬ ਲੈ ਕੇ ਆਉਣਾ, ਸਾਹਮਣੇ ਲੈ ਕੇ ਆਉਣਾ। ਤਾਂ ਸਧਾਰਨ ਜਿਹਾ ਸ਼ਬਦ ਕੀ ਬਣ ਗਿਆ ਸਾਡੇ ਕੋਲੇ, ਪੰਜਾਬੀ ਦੇ ਵਿੱਚ ਅਸੀਂ ਅਰਥ ਦੇਖੀਏ ਤਾਂ ਕੈਦ ਕੀਤੇ ਬੰਦੇ ਨੂੰ ਜਾਂ ਬੰਦੀ ਬਣਾਏ ਹੋਏ ਬੰਦੇ ਨੂੰ ਸਾਹਮਣੇ ਲੈ ਕੇ ਆਉਣਾ, ਪ੍ਰਤੱਖ ਕਰਨਾ, ਠੀਕ ਹੈ। ਤਾਂ ਹੈਬਿਸ ਕਾਰਪਸ ਦਾ ਮਤਲਬ ਕੀ ਹੈ ਜੀ, ਬ੍ਰਿੰਗ ਦਾ ਬੋਡੀ, ਠੀਕ ਹੈ। ਬੁੱਕਸ ਦੇ ਵਿੱਚ ਸਾਨੂੰ ਕੀ ਲਿਖਿਆ ਮਿਲਦਾ ਹੈ, ਬ੍ਰਿੰਗ ਦਾ ਬੋਡੀ, ਬੋਡੀ ਨੂੰ ਪੇਸ਼ ਕਰੋ, ਮਤਲਬ ਤੁਸੀਂ ਆਪਣਾ ਸਰੀਰ ਰੱਖ ਸਕਦੇ ਹੋ। ਇਸ ਤਰ੍ਹਾਂ ਆਪਾਂ ਪੜ੍ਹਦੇ ਹੁੰਦੇ ਸੀ ਨਾ ਜਦੋਂ ਵੀ ਆਪਾਂ ਰਿਟ ਵਾਲਾ ਟੌਪਿਕ ਕਰਦੇ ਸੀਗੇ। ਪੋਲੀਟੀਕਲ ਦੇ ਜਿਹੜੇ ਸਟੂਡੈਂਟ ਹੋਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ। ਚਲੋ ਬਾਕੀ ਜਿਹਨਾਂ ਨੂੰ ਨਹੀਂ ਵੀ ਪਤਾ, ਬ੍ਰਿੰਗ ਦਾ ਬੋਡੀ, ਇਹ ਤੁਸੀਂ ਯਾਦ ਰੱਖ ਲੈਣਾ, ਠੀਕ ਹੈ। ਤਾਂ ਹੁਣ ਇਹ ਜਿਹੜੀ ਰਿਟ ਆ ਉਹ ਕਦੋਂ ਜਾਰੀ ਹੁੰਦੀ ਹੈ, ਤਾਂ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਜੀ, ਜੇਲ੍ਹ ਵਿੱਚ ਬੰਦ ਕੀਤੇ ਕਿਸੇ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ, ਠੀਕ ਹੈ। ਤਾਂ ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਛੋਟੀ ਜੀ, ਕਿ ਕੋਈ ਵਿਅਕਤੀ ਆ, ਉਸ ਦੇ ਨਾਲ ਕਿਸੇ ਸਰਕਾਰੀ ਅਧਿਕਾਰੀ ਦੀ ਕੋਈ ਨਿੱਜੀ ਦੁਸ਼ਮਣੀ ਆ, ਠੀਕ ਹੈ, ਜਾਂ ਕਿਸੇ ਵੈਸੇ ਹੀ ਕਿਸੇ ਦੀ ਆਪਸ ਦੇ ਵਿੱਚ ਦੁਸ਼ਮਣੀ ਆ, ਤਾਂ ਉਹਨਾਂ ਨੇ ਉਹਨੂੰ ਬੰਦੀ ਬਣਾ ਲਿਆ, ਕਿਸੇ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਇਆ, ਚਾਹੇ ਉਹਦਾ ਕਸੂਰ ਹੈ ਤਾਂ ਉਹਨੂੰ ਬੰਦੀ ਬਣਾ ਲਿਆ, ਬਟ ਉਹਨੂੰ ਕਿਤੇ ਵੀ ਪੇਸ਼ ਨਹੀਂ ਕੀਤਾ ਗਿਆ। ਇਹ ਅੱਜ ਤੱਕ ਅਸੀਂ ਸਾਰਿਆਂ ਨੇ ਪੜ੍ਹਿਆ, ਸਾਨੂੰ ਭਲੀ ਭਾਂਤੀ ਜਾਣੂ ਇਸ ਚੀਜ਼ ਤੋਂ ਅਸੀਂ, ਕਿ ਜੇਕਰ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਸੇ ਵੀ ਦੋਸ਼ ਦੇ ਅਧੀਨ, ਤਾਂ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਜਿਹੜਾ ਮੈਜਿਸਟ੍ਰੇਟ ਆ ਉਹਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਜ਼ਰੂਰੀ ਹੈ। ਅਤੇ ਦੂਸਰਾ, ਉਹਨੂੰ ਕੁਝ ਕੁ ਅਧਿਕਾਰ ਜ਼ਰੂਰ ਮਿਲੇ ਹੁੰਦੇ ਨੇ ਕਿ ਉਹ ਆਪਣੇ ਉਹਦੇ ਪੇਰੈਂਟਸ ਨੇ ਜਾਂ ਉਹਦੀ ਫੈਮਿਲੀ ਆ ਉਹਨਾਂ ਨੂੰ ਇਨਫੋਰਮ ਕਰ ਸਕਦਾ, ਜਾਂ ਆਪਣੇ ਵਕੀਲ ਨਾਲ ਗੱਲ ਕਰ ਸਕਦਾ, ਤਾਂ ਉਹਨੂੰ ਕੁਝ ਕੁ ਰਾਈਟਸ ਮਿਲੇ ਹੁੰਦੇ ਨੇ, ਠੀਕ ਹੈ, ਜੋ ਅਸੀਂ ਪੜ੍ਹਦੇ ਆਂਗੇ। ਇਸ ਤੋਂ ਪਹਿਲੇ ਮੌਲਿਕ ਅਧਿਕਾਰਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਸਾਨੂੰ ਮਿਲਦਾ ਗਾ, ਠੀਕ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਕੋਈ ਅਜਿਹਾ ਵਿਅਕਤੀ ਜਿਸ ਨੂੰ 24 ਘੰਟੇ ਤੋਂ ਵੱਧ ਟਾਈਮ ਹੋ ਗਿਆ, ਠੀਕ ਹੈ, ਉਸ ਨੂੰ ਬੰਦੀ ਬਣਾਇਆ ਗਿਆ ਹੈ ਪਰ ਕਿਸੇ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ, ਤਾਂ ਅਜਿਹੀ ਸਥਿਤੀ ਦੇ ਵਿੱਚ ਉਹ ਵਿਅਕਤੀ ਖੁਦ ਜਾਂ ਫਿਰ ਉਹਦੀ ਫੈਮਿਲੀ, ਕੋਈ ਵੀ ਰਿਸ਼ਤੇਦਾਰ ਉਹਦਾ, ਇਹ ਆਪਣੀ ਅਪੀਲ ਕਰ ਸਕਦਾ ਹੈ ਕਿ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਠੀਕ ਹੈ, ਤਾਂ ਕਿ ਐਟਲੀਸਟ ਇਹ ਤਾਂ ਪਤਾ ਚੱਲ ਸਕੇ ਕਿ ਜਿਸ ਦੋਸ਼ ਦੇ ਅਧੀਨ ਉਹਨੂੰ ਗ੍ਰਿਫਤਾਰ ਕੀਤਾ ਗਿਆ ਕੀ ਉਹ ਸੱਚ ਹੈ ਵੀ ਕਿ ਨਹੀਂ, ਠੀਕ ਹੈ, ਸਮਝ ਗਏ ਤੁਸੀਂ। ਤਾਂ ਇੱਥੇ ਸਾਡੇ ਕੋਲ ਕੀ ਗੱਲ ਆਉਂਦੀ ਹੈ ਜੀ ਮੂਹਰੇ, ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਬੰਦੀ ਬਣਾਇਆ ਜਾਂਦਾ ਜਾਂ ਕੈਦ ਦੇ ਵਿੱਚ ਰੱਖਿਆ ਜਾਂਦਾ, ਤਾਂ 24 ਘੰਟੇ ਦੇ ਅੰਦਰ ਅੰਦਰ ਉਸ ਨੂੰ ਅਦਾਲਤ ਦੇ ਵਿੱਚ ਜਾਂ ਕਿਸੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ, 24 ਘੰਟੇ ਤੋਂ ਜ਼ਿਆਦਾ ਸਮਾਂ ਜਿਹੜਾ ਉਹ ਬੀਤ ਜਾਂਦਾ ਹੈ, ਤਾਂ ਅਜਿਹੀ ਸਥਿਤੀ ਦੇ ਵਿੱਚ ਉਹ ਖੁਦ ਬੰਦੀ ਬਣਾਇਆ ਹੋਇਆ ਵਿਅਕਤੀ ਜਾਂ ਫਿਰ ਉਹਦੇ ਰਿਸ਼ਤੇਦਾਰ ਅਪੀਲ ਕਰ ਸਕਦੇ ਆ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜੀਆਂ ਕੋਰਟਸ ਨੇ ਉਹ ਕਿਹੜੀ ਰਿਟ ਜਾਰੀ ਕਰਨਗੀਆਂ ਜੀ, ਉਹ ਕਰਨਗੀਆਂ ਹੈਬੀਅਸ ਕਾਰਪਸ ਰਿਟ, ਬੰਦੀ ਪ੍ਰਤੱਖ ਕਰਨ ਸੰਬੰਧਿਤ। ਜਿਵੇਂ ਕੋਈ ਥਾਣਾ ਹੋ ਗਿਆ, ਉਹਨੂੰ ਕਹਿ ਸਕਦੀ ਹੈ ਕਿ ਤੁਸੀਂ ਇੰਨੇ ਸਮੇਂ ਦੇ ਅੰਦਰ ਅੰਦਰ ਆਹ ਵਾਲੀ ਹਾਈ ਕੋਰਟ ਦੇ ਵਿੱਚ ਜਾਂ ਆਹ ਵਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਂ ਆਹ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਮੈਜਿਸਟਰੇਟ ਕੋਲੇ ਤੁਸੀਂ ਇਸ ਵਿਅਕਤੀ ਨੂੰ ਪੇਸ਼ ਕਰਨਾ, ਠੀਕ ਹੈ, ਓਕੇ ਜੀ। ਤਾਂ ਅਜਿਹੀ ਸਥਿਤੀ ਦੇ ਵਿੱਚ ਉਸ ਬੰਦੇ ਨੂੰ ਉਹਨੂੰ ਪੇਸ਼ ਕਰਨਾ ਹੀ ਹੋਊਗਾ ਜਿਸ ਨੂੰ ਬੰਦੀ ਬਣਾਇਆ ਗਿਆ, ਓਕੇ। ਤਾਂ ਜੇ ਸਧਾਰਨ ਜੀ ਭਾਸ਼ਾ 'ਚ ਗੱਲ ਕਰੀਏ ਤਾਂ ਵਿਅਕਤੀ ਨੂੰ ਜੇਲ੍ਹ ਜਾਂ ਰਿਮਾਂਡ 'ਤੇ ਰੱਖਣਾ ਉਚਿਤ ਹੈ ਜਾਂ ਨਹੀਂ, ਅਜਿਹੀ ਜਿਹੜੀ ਦੁਵਿਧਾ ਗੀ ਉਹਨੂੰ ਦੂਰ ਕਰਨ ਦੇ ਲਈ ਵੀ ਉਚਿਤ ਹੈਗਾ ਉਹ ਬੰਦੇ ਨੇ ਜਿਹੜਾ ਕ੍ਰਾਈਮ ਕੀਤਾ, ਕਿ ਉਹਦੇ ਲਈ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ, ਜਾਂ ਉਹਨੇ ਜਿਹੜਾ ਕ੍ਰਾਈਮ ਕੀਤਾ ਗਾ ਉਹਦੀ ਪੁਸ਼ਟੀ ਨਹੀਂ ਹੋਈ ਕਿ ਉਸ ਨੂੰ ਫ੍ਰੀ ਕੀਤਾ ਜਾ ਸਕਦਾ, ਉਸ ਨੂੰ ਛੱਡ ਦਿੱਤਾ ਜਾ ਸਕਦਾ। ਇਸ ਚੀਜ਼ ਦਾ ਨਿਰਣਾ ਲੈਣ ਦੇ ਲਈ ਉਸ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ, ਠੀਕ ਹੈ। ਤਾਂ ਅਜਿਹਾ ਕਰਨ ਦੇ ਲਈ, ਉਸ ਨੂੰ ਪੇਸ਼ ਕਰਨ ਦੇ ਲਈ ਕਿਹੜੀ ਰਿਟ ਹੈ ਜੀ, ਉਹ ਹੈ ਬੰਦੀ ਪ੍ਰਤੱਖ ਕਰਨ, ਠੀਕ ਹੈ। ਥੋੜ੍ਹਾ ਸਮਾਂ ਲੱਗ ਰਿਹਾ ਪਰ ਹਰ ਇੱਕ ਚੀਜ਼ ਸਾਡੇ ਲਈ ਜਾਣਨੀ ਜ਼ਰੂਰੀ ਹੈ, ਸੋ ਦੈਟ ਅਸੀਂ ਭੁੱਲੀਏ ਨਾ। ਕਲੀਅਰ ਜੀ। ਇਸ ਤੋਂ ਬਾਅਦ ਅਸੀਂ ਅਗਲੀ ਰਿਟ ਦੇਖਦੇ ਹਾਂ,
ਅਗਲੀ ਸਾਡੀ ਰਿਟ ਹੈ ਫਰਮਾਨ ਲੇਖ। ਜੋ ਹੈਬੀਅਸ ਕਾਰਪਸ ਹੈ ਨਾ ਉਹ 'ਚੋਂ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਆ, ਇਸ ਤਰ੍ਹਾਂ ਮੈਂ ਜ਼ਿਆਦਾ ਸਮਾਂ ਲਗਾਇਆ ਉਹਦੇ 'ਤੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਫਰਮਾਨ ਲੇਖ, ਜਿਸ ਨੂੰ ਹਿੰਦੀ ਦੇ ਵਿੱਚ ਪਰਮਾਦੇਸ਼ ਕਹਿੰਦੇ ਨੇ ਅਤੇ ਇੰਗਲਿਸ਼ ਦੇ ਵਿੱਚ ਮੈਂਡਾਵਸ। ਠੀਕ ਹੈ, ਤਾਂ ਇਹ ਜਿਹੜਾ ਲੇਖ ਹੈ, ਇਹ ਜਿਹੜੀ ਰਿਟ ਹੈ ਉਹ ਕਦੋਂ ਜਾਰੀ ਹੁੰਦੀ ਹੈ? ਸਭ ਤੋਂ ਪਹਿਲਾਂ ਅਸੀਂ ਇਹਦਾ ਅਰਥ ਸਮਝਾਂਗੇ। ਅਸੀਂ ਹੁਕਮ ਦਿੰਦੇ ਹਾਂ। ਫਰਮਾਨ ਦਾ ਮਤਲਬ ਕੀ ਆ? ਫਰਮਾਇਆ, ਹੈ ਨਾ, ਫਰਮਾਨ ਦਿੱਤਾ, ਰਾਜੇ ਨੇ ਫਰਮਾਨ ਦਿੱਤਾ, ਆਪਾਂ ਸੁਣਦੇ ਹਾਂ, ਮਤਲਬ ਹੁਕਮ ਦੇਣਾ। ਟੂ ਡੂ ਯਰ ਜੋਬ, ਮਤਲਬ ਤੁਸੀਂ ਆਪਣੀ ਡਿਊਟੀ ਕਰੋ। ਠੀਕ ਹੈ, ਤਾਂ ਇਹ ਕਦੋਂ ਜਾਰੀ ਕੀਤੀ ਜਾਂਦੀ ਹੈ? ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਸਰਕਾਰੀ ਸੰਸਥਾਵਾਂ ਆਪਣੇ ਕਰਤੱਵਾਂ ਦੀ ਪਾਲਣਾ ਨਾ ਕਰ ਰਹੀਆਂ ਹੋਣ ਤਾਂ ਇਹ ਰਿਟ ਆ ਜਿਹੜੀ ਉਹ ਜਾਰੀ ਕੀਤੀ ਜਾ ਸਕਦੀ ਹੈ। ਠੀਕ ਹੈ, ਇਹ ਤਾਂ ਬਹੁਤ ਸੌਖੀ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ, ਇਹਨੂੰ ਜ਼ਿਆਦਾ ਵਿਸਥਾਰਪੂਰਵਕ ਪੜ੍ਹਨ ਦੀ ਲੋੜ ਨਹੀਂ ਹੈਗੀ। ਤਾਂ ਇਹਦਾ ਮਤਲਬ ਕੀ ਨਿਕਲਿਆ ਸਾਡੇ ਕੋਲੇ ਕਿ ਕੋਈ ਵੀ ਸਰਕਾਰੀ ਸੰਸਥਾ ਜਾਂ ਕੋਈ ਸਰਕਾਰੀ ਮੁਲਾਜ਼ਮ ਜੇਕਰ ਆਪਣੇ ਕਰਤੱਵ ਠੀਕ ਤਰ੍ਹਾਂ ਨਹੀਂ ਨਿਭਾਉਂਦਾ, ਆਪਣੀ ਡਿਊਟੀ ਨਹੀਂ ਕਰਦਾ, ਤਾਂ ਹੀ ਇਹਨੂੰ ਜਾਰੀ ਕਰਦੀ ਹੈ ਕੋਰਟਸ ਉਸ ਵਿਅਕਤੀ ਦੇ ਵਿਰੁੱਧ ਕਿ ਆਪਣਾ ਕੰਮ ਠੀਕ ਢੰਗ ਨਾਲ ਕਰੇ, ਤਾਂ ਉਹਦੀ ਆਖਰੀ ਕਾਲ ਹੁੰਦੀ ਹੈ ਇਹ। ਠੀਕ ਹੈ ਜੀ, ਇਹਦੇ ਸੰਬੰਧੀ ਇੱਕ ਚੀਜ਼ ਨੋਟ ਰੱਖਣੀ ਹੈ ਤੁਸੀਂ ਕਿ ਜੋ ਰਾਸ਼ਟਰਪਤੀ ਹੈ ਜਾਂ ਰਾਜਪਾਲ ਹੈ ਉਹਦੇ ਵਿਰੁੱਧ ਇਹ ਰਿਟ ਜਾਰੀ ਨਹੀਂ ਹੋ ਸਕਦੀ। ਤਾਂ ਸਿੱਧਾ ਸਿੱਧਾ ਮਤਲਬ ਕੀ ਨਿਕਲਿਆ ਕਿ ਰਾਸ਼ਟਰਪਤੀ ਅਤੇ ਰਾਜਪਾਲ ਆਪਣੀਆਂ ਜਿਹੜੀਆਂ ਸ਼ਕਤੀਆਂ ਦੀ ਵਰਤੋਂ ਆ ਉਹ ਆਰਾਮ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਕਰ ਸਕਦੇ ਆ, ਕਿਉਂਕਿ ਉਹਨਾਂ ਉੱਤੇ ਇਹ ਰਿਟ ਜਾਰੀ ਨਹੀਂ ਹੋ ਸਕਦੀ। ਠੀਕ ਹੈ ਜੀ, ਓਕੇ। ਅਗਲਾ ਸਾਡਾ ਪੁਆਇੰਟ ਹੈ ਕੋਰਟ ਛੋਟੀਆਂ ਅਦਾਲਤਾਂ ਨੂੰ ਵੀ ਇਹ ਰਿਟ ਜਾਰੀ ਕਰ ਸਕਦੀ ਹੈ ਤਾਂ ਕਿ ਉਹ ਆਪਣੇ ਕਰਤੱਵ ਸਹੀ ਢੰਗ ਨਾਲ ਨਿਭਾਉਣ। ਠੀਕ ਹੈ, ਜਿਵੇਂ ਜਿਹੜੀ ਸੁਪਰੀਮ ਕੋਰਟ ਆ ਉਹ ਹਾਈ ਕੋਰਟ ਨੂੰ ਕਹਿ ਸਕਦੀ ਆ। ਠੀਕ ਹੈ, ਹਾਈ ਕੋਰਟ ਆ ਜਿਹੜੀਆਂ ਉਹ ਡਿਸਟ੍ਰਿਕਟ ਕੋਰਟਸ ਨੂੰ ਕਹਿ ਸਕਦੀਆਂ ਨੇ, ਮਤਲਬ ਆਪਣੇ ਤੋਂ ਹੇਠਲੀ ਅਦਾਲਤ ਨੂੰ ਕਹਿ ਸਕਦੀ ਹੈ। ਇਹ ਰਿਟ ਜਾਰੀ ਕਰਕੇ ਕਹਿ ਸਕਦੀ ਹੈ ਕਿ ਆਪਣੇ ਕਰਤੱਵ ਆ ਜਿਹੜੇ ਉਹ ਸਹੀ ਤਰੀਕੇ ਨਾਲ ਨਿਭਾਓ। ਓਕੇ ਜੀ, ਇਹਦੇ ਨਾਲ ਸੰਬੰਧਿਤ ਇੱਕ ਹੋਰ ਕੁਐਸਚਨ ਸਾਨੂੰ ਮਿਲਦਾ ਹੈ ਜੋ ਕਿ ਬਹੁਤ ਹੀ ਘੱਟ ਬੁੱਕਸ ਦੇ ਵਿੱਚ ਮੈਂ ਪੜ੍ਹਿਆ। ਉਹ ਹੈ ਜੀ ਵਿਸ਼ੇਸ਼ ਸੁਵਿਧਾਵਾਂ ਸੁਪਰੀਮ ਕੋਰਟ ਦੁਆਰਾ ਅਨੁਛੇਦ 139 ਅਧੀਨ। ਠੀਕ ਹੈ, ਸਿਰਫ ਤੇ ਸਿਰਫ ਕਿਹੜਾ ਜੀ? ਮੈਂਡਾਮਸ ਵਾਲਾ। ਠੀਕ ਹੈ, ਫਰਮਾਨ ਲੇਖ ਵਾਲਾ। ਇਹ ਵਾਲੀ ਜਿਹੜੀ ਰਿਟ ਆ ਇਸ ਨਾਲ ਸੰਬੰਧਿਤ ਕਈ ਵਿਵਸਥਾਵਾਂ ਸਾਨੂੰ ਕਿਹੜੇ ਅਨੁਛੇਦ ਅਧੀਨ ਮਿਲਦੀਆਂ? ਅਨੁਛੇਦ ਨੰਬਰ 139 ਅਧੀਨ। ਬੇਸ਼ੱਕ ਰਿਟ ਕਿਹੜੀ ਲੱਗਦੀ ਆ? 32 ਦੇ ਅਧੀਨ ਹੀ ਲਗਾਉਂਦੀ ਹੈ, ਅਨੁਛੇਦ ਨੰਬਰ 32 ਦੇ ਅਧੀਨ ਹੀ ਲਗਾਉਂਦੀ ਹੈ ਸੁਪਰੀਮ ਕੋਰਟ, ਬਟ ਇਹਦੀਆਂ ਜ਼ਿਆਦਾਤਰ ਵਿਵਸਥਾਵਾਂ ਜਿਹੜੀਆਂ ਮਿਲਦੀਆਂ ਉਹ ਮਿਲਦੀਆਂ ਅਨੁਛੇਦ ਨੰਬਰ 139 ਅਧੀਨ। ਓਕੇ, ਸੋ ਅੱਗੇ ਚੱਲਦੇ ਹਾਂ ਆਪਾਂ। ਵਰਜਨ ਲੇਖ, ਵਰਜਨਾ ਲੇਖ। ਠੀਕ ਹੈ, ਪ੍ਰੋਹਿਬਿਸ਼ਨ, ਮਨਾਹੀ ਕਰਨੀ, ਪਾਬੰਦੀ ਲਗਾਉਣੀ। ਠੀਕ ਹੈ, ਇਹਦੇ ਸ਼ਬਦੀ ਅਰਥ ਤੋਂ ਹੀ ਸਾਨੂੰ ਕਲੀਅਰ ਹੋ ਗਿਆ, ਮਨਾਹੀ ਕਰਨਾ ਜਾਂ ਰੋਕ ਲਗਾਉਣਾ। ਵੱਡੀ ਨਿਆਂ ਅਦਾਲਤ ਵੱਲੋਂ ਆਪਣੇ ਤੋਂ ਛੋਟੀ ਨਿਆਂ ਅਦਾਲਤ ਨੂੰ ਜਾਰੀ ਕੀਤਾ ਲੇਖ। ਠੀਕ ਹੈ, ਇਹ ਰਿਟ ਕਿਉਂ ਜਾਰੀ ਕੀਤੀ ਜਾਂਦੀ ਹੈ? ਤਾਂ ਕਿ ਨਿਆਇਕ ਕਾਰਵਾਈ ਰੁਕ ਸਕੇ। ਜੇਕਰ ਸੁਪਰੀਮ ਕੋਰਟ ਨੂੰ ਲੱਗ ਰਿਹਾ ਕਿ ਹਾਈ ਕੋਰਟ ਦੁਆਰਾ ਦਿੱਤਾ ਜਾਣ ਵਾਲਾ ਕੋਈ ਫੈਸਲਾ, ਠੀਕ ਹੈ, ਉਹਦੇ ਸੰਬੰਧੀ ਕਿਸੇ ਨੂੰ ਇਤਰਾਜ਼ ਹੈ ਤਾਂ ਇਹ ਰਿਟ ਜਾਰੀ ਕਰ ਸਕਦੀ ਹੈ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਿ ਉਹ ਆਪਣਾ ਫੈਸਲਾ ਉੱਥੇ ਹੀ ਰੋਕ ਦੇਵੇ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜੀ ਹਾਈ ਕੋਰਟ ਹੈਗੀ ਉਸਨੂੰ ਆਪਣਾ ਫੈਸਲਾ ਰੋਕਣਾ ਪੈਂਦਾ। ਠੀਕ ਹੈ, ਉਹ ਆਪਣਾ ਫੈਸਲਾ ਨਹੀਂ ਦਿੰਦੇ। ਕਦੋਂ ਤੱਕ ਨਹੀਂ ਦਿੰਦੇ? ਜਦੋਂ ਤੱਕ ਸੁਪਰੀਮ ਕੋਰਟ ਉਸ ਮਾਮਲੇ ਦੀ ਛਾਣਬੀਨ ਨਹੀਂ ਕਰ ਲੈਂਦੀ। ਠੀਕ ਹੈ, ਤਾਂ ਇੱਥੇ ਇੱਕ ਚੀਜ਼ ਹੋਰ ਨੋਟ ਰੱਖਣੀ ਆ ਕਿ ਇਹ ਜਿਹੜਾ ਲੇਖ ਆ ਉਹ ਕਿਸੇ ਹੋਰ ਪ੍ਰਸ਼ਾਸਨਿਕ ਜਾਂ ਵਿਧਾਨਿਕ ਅਧਿਕਾਰੀਆਂ ਉੱਪਰ ਲਾਗੂ ਨਹੀਂ ਹੋ ਸਕਦਾ, ਉਹਨਾਂ ਨੂੰ ਜਾਰੀ ਨਹੀਂ ਕੀਤਾ ਜਾ ਸਕਦਾ। ਮੈਂ ਇੱਥੇ ਸਪੈਸ਼ਲੀ ਅੰਡਰਲਾਈਨ ਕੀਤਾ ਕਿਸ ਨੂੰ? ਨਿਆਇਕ ਕਾਰਵਾਈ, ਨਿਆਂ ਅਦਾਲਤ, ਵੱਡੀ ਨਿਆਂ ਅਦਾਲਤ। ਠੀਕ ਹੈ, ਇੱਕ ਵੱਡੀ ਨਿਆਂ ਅਦਾਲਤ ਵੱਲੋਂ ਛੋਟੀ ਨਿਆਂ ਅਦਾਲਤ ਨੂੰ ਹੀ ਇਹ ਰਿਟ ਜਾਰੀ ਹੋ ਸਕਦੀ ਹੈ, ਕਿਸੇ ਹੋਰ ਸਰਕਾਰੀ ਜਾਂ ਵਿਧਾਨਕ ਅਧਿਕਾਰੀ ਨੂੰ ਨਹੀਂ ਜਾਰੀ ਹੋ ਸਕਦੀ। ਠੀਕ ਹੈ ਜੀ, ਤਾਂ ਇਹਦੇ ਨਾਲ ਇੱਕ ਹੋਰ ਪੁਆਇੰਟ ਸਾਨੂੰ ਮਿਲਦਾ ਹੈ, ਜਿਹੜੀਆਂ ਹੇਠਲੀਆਂ ਅਦਾਲਤਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਕਾਰਜ ਨਹੀਂ ਕਰ ਸਕਦੀਆਂ। ਜੇਕਰ ਬਾਈ ਚਾਂਸ ਆਪਾਂ ਐਗਜ਼ਾਮਪਲ ਲਈਏ ਕਿ ਸੁਪਰੀਮ ਕੋਰਟ ਨੂੰ ਲੱਗ ਰਿਹਾ ਕਿ ਹਾਈ ਕੋਰਟ ਕੋਈ ਅਜਿਹਾ ਕੰਮ ਕਰ ਰਹੀ ਹੈ ਜੋ ਕਿ ਉਹਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਹੈਗਾ। ਠੀਕ ਹੈ, ਸਪੋਜ਼ ਜਿਵੇਂ ਕੋਈ ਫੈਸਲਾ ਦਿੱਤਾ ਹਾਈ ਕੋਰਟ ਨੇ, ਉਸ ਤੋਂ ਬਾਅਦ ਉਹ ਇੱਕ ਵਾਰ ਉਹ ਫੈਸਲਾ ਹੋ ਚੁੱਕਿਆ। ਠੀਕ ਹੈ, ਉਸ ਤੋਂ ਬਾਅਦ ਦੁਬਾਰਾ ਫਿਰ ਉੱਥੇ ਅਪੀਲ ਕੀਤੀ ਤਾਂ ਉਹਨਾਂ ਦੁਬਾਰਾ ਫਿਰ ਉਹ ਸੁਣਵਾਈ ਕਰਨ ਲੱਗੇ, ਭਾਵੇਂ ਕਿ ਪਹਿਲਾਂ ਘੋਖ ਕੇ ਉਹਨਾਂ ਨੇ ਸਾਰਾ ਫੈਸਲਾ ਦਿੱਤਾ ਸੀ, ਪਰ ਦੁਬਾਰਾ ਤੋਂ ਫਿਰ ਉਹੀ ਜਿਹੜੀ ਹਾਈ ਕੋਰਟ ਆ ਉਸਨੇ ਹੀ ਪਹਿਲਾਂ ਫੈਸਲਾ ਦਿੱਤਾ ਸੀ ਅਤੇ ਦੁਬਾਰਾ ਵੀ ਉਹੀ ਉਸ ਕੇਸ ਨੂੰ ਰੀਓਪਨ ਕਰਕੇ ਉਹਦੇ 'ਤੇ ਕਾਰਵਾਈ ਕਰਨ ਲੱਗ ਪਈ। ਤਾਂ ਅਜਿਹੀ ਸਥਿਤੀ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਆ ਫਿਰ ਉਸ ਨੂੰ ਇਹ ਆਦੇਸ਼ ਜਾਰੀ ਕਰ ਸਕਦੀ ਹੈ। ਠੀਕ ਹੈ, ਕਿਉਂਕਿ ਇਹ ਉਹਦੇ ਅਧਿਕਾਰ ਖੇਤਰ ਅਧੀਨ ਨਹੀਂ ਆਉਂਦਾ। ਠੀਕ ਹੈ ਜੀ, ਤਾਂ ਇਸ ਤੋਂ ਪਹਿਲਾਂ ਹੀ ਉਸ ਨੂੰ ਰੋਕ ਲਿਆ ਜਾਂਦਾ ਹੈ ਫੈਸਲਾ ਕਰਨ ਤੋਂ।
ਓਕੇ, ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਸਾਡੇ ਅਗਲੀ ਰਿਟ ਵੱਲ, ਜਿਸ ਦਾ ਨਾਮ ਹੈ ਜੀ ਅਧਿਕਾਰ ਪ੍ਰੀਸ਼ਾ ਲੇਖ। ਇਸ ਦੇ ਬਾਰੇ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਸਿਚੁਏਸ਼ਨ ਦੇਖ ਕੇ ਖਾਸ ਕਰਕੇ ਪੁੱਛੇ ਜਾਂਦੇ ਨੇ ਇਸ ਤਰ੍ਹਾਂ ਦੇ ਕੁਐਸਚਨ। ਇਸ ਦਾ ਨਾਮ ਹੈ ਜੀ ਕਿਊ ਬ੍ਰੰਟੋ। ਇਹਦਾ ਅਰਥ ਕੀ ਹੈ ਜੀ? ਸਭ ਤੋਂ ਪਹਿਲਾਂ ਇਹਦਾ ਅਰਥ ਕਰ ਲਓ ਜੀ। ਇਸ ਦਾ ਅਰਥ ਹੈ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਿਸੇ ਵੀ ਸਰਕਾਰੀ ਜਾਂ ਲੋਕ ਅਧਿਕਾਰੀ ਤੋਂ ਉਸ ਦੀ ਪਦਵੀ ਦਾ ਆਧਾਰ ਪੁੱਛ ਸਕਦੀ ਹੈ। ਪਦਵੀ ਦਾ ਆਧਾਰ ਹੁਣ ਆਪਾਂ ਸਧਾਰਨ ਲੈਂਗੁਏਜ ਦੇ ਵਿੱਚ ਦੇਖੀਏ ਕਿ ਕੋਈ ਬੰਦਾ ਕਿਸੇ ਪਦਵੀ 'ਤੇ ਆ ਤਾਂ ਉਹ ਤੋਂ ਜਿਹੜੀ ਸੁਪਰੀਮ ਕੋਰਟ ਆ ਜਾਂ ਹਾਈ ਕੋਰਟ ਆ ਇਹ ਪ੍ਰਸ਼ਨ ਕਰ ਸਕਦੀ ਹੈ ਕਿ ਉਹ ਕਿਸ ਆਧਾਰ 'ਤੇ, ਕਿਹੜੇ ਬੇਸ 'ਤੇ ਉਹਨੂੰ ਇਹ ਨੌਕਰੀ ਮਿਲੀ ਹੋਈ ਹੈ। ਕੀ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰ ਰਿਹਾ ਜਿਹੜੀਆਂ ਯੋਗਤਾਵਾਂ ਉਸ ਪਦਵੀ ਦੇ ਲਈ ਜ਼ਰੂਰੀ ਨੇ। ਠੀਕ ਹੈ ਜੀ। ਤਾਂ ਜਦੋਂ ਇਹ ਰਿਟ ਜਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ, ਨਤੀਜੇ ਵਜੋਂ ਉਸ ਨੂੰ ਪਦਵੀ ਛੱਡਣ ਨੂੰ ਵੀ ਕਿਹਾ ਜਾ ਸਕਦਾ। ਜੇਕਰ ਇਹ ਪ੍ਰੂਫ ਹੋ ਜਾਂਦਾ ਹੈ ਕਿ ਸਪੋਜ਼ ਜਿਹੜੀ ਕੋਈ ਨੌਕਰੀ ਕੋਈ ਇਨਸਾਨ ਕਰ ਰਿਹਾ, ਠੀਕ ਹੈ, ਤਾਂ ਉਹਦੇ ਲਈ ਜਿਹੜੀਆਂ ਯੋਗਤਾਵਾਂ ਨਿਰਧਾਰਿਤ ਕੀਤੀਆਂ ਗਈਆਂ ਉਹਨਾਂ ਦੀ ਪੂਰਤੀ ਉਹ ਨਹੀਂ ਕਰ ਰਿਹਾ, ਜਾਂ ਉਹਦੀਆਂ ਜਿਹੜੀਆਂ ਡਿਗਰੀਆਂ ਨੇ ਉਹ ਜਾਲੀ ਨੇ, ਜਾਂ ਉਹਦੇ ਸਰਟੀਫਿਕੇਟ ਆ ਕਿਸੇ ਗਲਤ ਤਰੀਕੇ ਨਾਲ ਬਣਾਏ ਹੋਏ ਨੇ, ਜਾਂ ਰਿਸ਼ਵਤ ਦੇ ਕੇ ਉਹ ਉਸ ਨੌਕਰੀ ਤੱਕ ਪਹੁੰਚਿਆ, ਤਾਂ ਉਦੋਂ ਉਸ ਨੂੰ ਛਾਣਬੀਨ ਕਰਨ 'ਤੇ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਉਸ ਦੀਆਂ ਜਿਹੜੀਆਂ ਯੋਗਤਾਵਾਂ ਉਹ ਸਹੀ ਮੈਚ ਨਹੀਂ ਕਰਦੀਆਂ ਉਸ ਪਦਵੀ ਦੀਆਂ ਯੋਗਤਾਵਾਂ ਦੇ ਨਾਲ, ਤਾਂ ਉਸ ਨੂੰ ਪਦਵੀ ਛੱਡਣ ਦੇ ਲਈ ਕਿਹਾ ਜਾ ਸਕਦਾ ਹੈ ਕਿ ਆਪਣੀ ਨੌਕਰੀ ਹੈ ਜਿਹੜੀ ਉਹ ਛੱਡ ਦੇਵੇ। ਠੀਕ ਹੈ। ਜਾਂ ਫਿਰ ਉਸ ਤੋਂ ਪੁੱਛ ਪੜਤਾਲ ਕਰਨ ਬਾਰੇ ਰਿਟ ਜਾਰੀ ਕੀਤੀ ਜਾ ਸਕਦੀ ਹੈ। ਹੋ ਸਕਦਾ ਕਿ ਉਹਦੇ ਜਿਹੜੇ ਸਬੂਤ ਆ ਸਾਰੇ ਉਹ ਪੇਸ਼ ਕਰ ਦੇਵੇ, ਸਹੀ ਸਬੂਤ ਪੇਸ਼ ਕਰੇ, ਤਾਂ ਅਜਿਹੀ ਸਥਿਤੀ ਵਿੱਚ ਫਿਰ ਉਹਦੀ ਪਦਵੀ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ, ਯਾਨੀ ਕਿ ਨਤੀਜੇ 50-50 ਹੋ ਸਕਦੇ ਆ। ਓਕੇ ਜੀ। ਤਾਂ ਇੱਕ ਗੱਲ ਹੋਰ ਯਾਦ ਰੱਖਿਓ ਕਿ ਸਰਵਜਨਕ ਪਦਵੀ 'ਤੇ ਨਿਯੁਕਤ ਅਧਿਕਾਰੀ ਉਸ ਪਦਵੀ ਲਈ ਅਯੋਗ ਹੈ। ਹੁਣ ਇੱਥੇ ਵਰਡ ਆਪਾਂ ਕੀ ਕਰਿਆ, ਅਯੋਗ। ਅਯੋਗ ਦਾ ਮਤਲਬ ਕੀ ਆ ਕਿ ਉਸ ਬੰਦੇ ਦੇ ਅੰਦਰ, ਉਸ ਅਧਿਕਾਰੀ ਦੇ ਅੰਦਰ ਉਹ ਯੋਗਤਾਵਾਂ ਨਹੀਂ ਹੈਗੀਆਂ ਜਿਹੜੀਆਂ ਕਿ ਉਸ ਪਦਵੀ ਲਈ ਹੋਣੀਆਂ ਚਾਹੀਦੀਆਂ। ਠੀਕ ਹੈ। ਜਿਵੇਂ ਆਪਾਂ ਅਕਸਰ ਸੁਣਦੇ ਹੁੰਦੇ ਆ ਇਹ ਗੱਲ ਕਿ ਪੈਸੇ ਚੱਲ ਗਏ ਜੀ, ਆਹ ਜੋਬ ਦੇ ਵਿੱਚ ਪੈਸੇ ਚੱਲ ਗਏ ਜੀ, ਇਹਦੇ ਪੈਸੇ ਚੱਲ ਗਏ ਜੀ, ਤਾਂ ਉਹਨੂੰ ਸਾਰਿਆਂ ਨੂੰ ਉਸ ਚੀਜ਼ ਨੂੰ ਪ੍ਰਸ਼ਨ ਕਰਨ ਦੇ ਲਈ ਵੀ ਹਾਂ ਬਈ ਤੂੰ ਇਹਦੀਆਂ ਯੋਗਤਾਵਾਂ ਪੂਰੀਆਂ ਕਰਦਾ ਕਿ ਨਹੀਂ ਕਰਦਾ, ਤਾਂ ਉੱਥੇ ਫਿਰ ਕਿਹੜੀ ਰਿਟ ਜਾਰੀ ਹੁੰਦੀ ਹੈ ਜੀ? ਉਹ ਹੁੰਦੀ ਹੈ ਕਿਊ ਬ੍ਰੰਟੋ। ਓਕੇ, ਚਲੋ ਜੀ ਅੱਗੇ ਚੱਲਦੇ ਹਾਂ ਆਪਾਂ। ਉਤਪ੍ਰੇਖਣ ਲੇਖ। ਠੀਕ ਹੈ। ਇਸ ਨੂੰ ਸ਼ਾਸਤਰੀ ਵੀ ਕਹਿ ਦਿੰਦੇ ਆ, ਸ਼ਾਸਤਰੀ ਵੀ ਕਹਿ ਦਿੰਦੇ ਆ, ਅਲੱਗ-ਅਲੱਗ ਬੋਲਣ ਦਾ ਲਹਿਜ਼ਾ। ਠੀਕ ਹੈ। ਇਹਦਾ ਤਾਂ ਸਭ ਤੋਂ ਪਹਿਲਾਂ ਹੈ ਜੀ ਇਸ ਦਾ ਅਰਥ ਕੀ ਹੈ? ਅਰਥ ਹੈ ਜੀ ਇਸ ਦਾ ਸਬੂਤ ਪੇਸ਼ ਕਰੋ। ਉਤਪ੍ਰੇਖਣ ਲੇਖ, ਸਬੂਤ ਲਿਆ ਕੇ ਦਿਓ, ਪ੍ਰੋਡਿਊਸ ਦਾ ਸਰਟੀਫਿਕੇਟ। ਇੰਗਲਿਸ਼ ਦੇ ਵਿੱਚ ਇਹ ਲਿਖਿਆ ਮਿਲਦਾ, ਪੰਜਾਬੀ ਦੇ ਵਿੱਚ ਸਬੂਤ ਪੇਸ਼ ਕਰੋ। ਹੁਣ ਸਬੂਤ ਪੇਸ਼ ਕਰੋ ਦਾ ਮਤਲਬ ਕੀ ਆ? ਜਦੋਂ ਕੋਈ ਨਿਮਨ ਅਦਾਲਤ ਫੈਸਲਾ ਦੇ ਦਿੰਦੀ ਆ ਜਾਂ ਦੇਣ ਜਾ ਰਹੀ ਹੁੰਦੀ ਹੈ, ਤਾਂ ਉਸ ਤੋਂ ਵੱਡੀ ਅਦਾਲਤ ਉਸ ਫੈਸਲੇ ਦੇ ਆਧਾਰ ਸਬੂਤਾਂ ਦੀ ਮੰਗ ਕਰ ਸਕਦੀ ਹੈ ਜਿਨ੍ਹਾਂ ਦੇ ਆਧਾਰ 'ਤੇ ਨਿਮਨ ਅਦਾਲਤ ਦਾ ਫੈਸਲਾ ਲਿਆ ਹੁੰਦਾ ਹੈ। ਹੁਣ ਇਹਨੂੰ ਧਿਆਨ ਨਾਲ ਸਮਝਣਾ। ਸਪੋਜ਼ ਜਿਹੜੀ ਹਾਈ ਕੋਰਟ ਆ ਉਹਨੇ ਫੈਸਲਾ ਲੈ ਲਿਆ ਕਿਸੇ ਮਾਮਲੇ ਸੰਬੰਧੀ, ਚਾਹੇ ਉਹ ਫੈਸਲਾ ਉਹਨੇ ਸੁਣਾਤਾ, ਚਾਹੇ ਉਹ ਫੈਸਲਾ ਸੁਣਾਉਣ ਜਾ ਰਹੀ ਆ, ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਸੁਪਰੀਮ ਕੋਰਟ ਉਤਪ੍ਰੇਖਣ ਲੇਖ ਸ਼ਾਸਤਰੀ ਜਿਹੜੀ ਰਿਟ ਆ ਉਹ ਜਾਰੀ ਕਰਦੀ ਹੈ ਹਾਈ ਕੋਰਟ ਨੂੰ, ਤਾਂ ਹਾਈ ਕੋਰਟ ਨੂੰ ਉਹ ਸਾਰੇ ਸਬੂਤ ਦੇਣੇ ਪੈਂਦੇ ਨੇ ਜਿਸ ਦੇ ਆਧਾਰ 'ਤੇ ਉਹ ਇਸ ਫੈਸਲੇ 'ਤੇ ਪਹੁੰਚੀ ਆ। ਠੀਕ ਹੈ। ਮਤਲਬ ਸਾਰੀ ਸਫਾਈ ਪੇਸ਼ ਕਰਨੀ ਪੈਂਦੀ ਆ ਹਾਈ ਕੋਰਟ ਨੂੰ ਸੁਪਰੀਮ ਕੋਰਟ ਦੇ ਅੱਗੇ ਵੀ ਹਾਂ ਸਾਡੇ ਕੋਲੇ ਆਹ ਸਬੂਤ ਨੇ, ਇਹਨਾਂ ਸਬੂਤਾਂ ਦੇ ਆਧਾਰ 'ਤੇ ਅਸੀਂ ਆਹ ਨਤੀਜੇ 'ਤੇ ਪਹੁੰਚੇ ਹਾਂ। ਠੀਕ ਹੈ ਜੀ। ਤਾਂ ਕਲੀਅਰ ਹੋ ਗਿਆ ਸਾਡਾ ਸਬੂਤ ਪੇਸ਼ ਕਰੋ। ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਹਰ ਵਾਰ ਵੀ ਜਿਹੜੀ ਵੱਡੀ ਅਦਾਲਤ ਆ ਉਹ ਛੋਟੀ ਅਦਾਲਤ ਨੂੰ ਹਰ ਵਾਰੀ ਵੀ ਕਹਿ ਦੂ ਵੀ ਹਾਂ ਇਹਦੇ ਸਬੂਤ ਪੇਸ਼ ਕਰ, ਇਹਦੇ ਸਬੂਤ ਪੇਸ਼ ਕਰ, ਫਿਰ ਤਾਂ ਕੋਈ ਉਹਦੀ ਰਿਸਪੈਕਟ ਹੀ ਨਹੀਂ ਕਰੇਗਾ। ਠੀਕ ਹੈ। ਤਾਂ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਵੱਡੀ ਅਦਾਲਤ ਹਮੇਸ਼ਾ ਹੀ ਛੋਟੀ ਅਦਾਲਤ ਦੇ ਨਿਰਣੇ ਉੱਤੇ ਸ਼ੱਕ ਕਰ ਸਕਦੀ ਹੈ। ਨਹੀਂ, ਅਜਿਹਾ ਤਾਂ ਹੀ ਹੋਵੇਗਾ ਜੇਕਰ ਕੋਈ ਇਸ ਤਰ੍ਹਾਂ ਦੀ ਅਪੀਲ ਕਰਦਾ ਜਾਂ ਫਿਰ ਕਿਸੇ ਮਾਮਲੇ ਸੰਬੰਧੀ ਸੁਪਰੀਮ ਕੋਰਟ ਨੂੰ ਖੁਦ ਲੱਗ ਰਿਹਾ ਹੈਗਾ ਕਿ ਇਹਦੇ ਵਿੱਚ ਕੋਈ ਗਲਤ ਜਿਹੜਾ ਡਿਸੀਜ਼ਨ ਆ ਉਹ ਲਿਆ ਜਾ ਰਿਹਾ। ਠੀਕ ਹੈ ਜੀ। ਅਤੇ ਹੁਣ ਇੱਥੇ ਇੱਕ ਚੀਜ਼ ਹੋਰ ਐਡ ਕਰਨੀ ਆ। ਇਹ ਵਾਲਾ ਜਿਹੜਾ ਲੇਖ ਆ ਉਤਪ੍ਰੇਖਣ ਲੇਖ ਆ, ਇਹ ਉਦੋਂ ਵੀ ਜਾਰੀ ਕੀਤਾ ਜਾ ਸਕਦਾ ਜਦੋਂ ਹੇਠਲੀ ਅਦਾਲਤ ਕੋਲੇ ਜ਼ਿਆਦਾ ਕੇਸ ਹੋਣ, ਜਿਵੇਂ ਡਿਸਟ੍ਰਿਕਟ ਕੋਰਟ ਕੋਲੇ ਜ਼ਿਆਦਾ ਕੇਸ ਹੋ ਗਏ ਨੇ,
ਤਾਂ ਫਿਰ ਹਾਈ ਕੋਰਟ ਜਾਰੀ ਕਰ ਸਕਦੀ ਹੈ ਉਤਪ੍ਰੇਖਣ ਲੇਖ ਕਿ ਜਿਹੜੇ ਸਾਡੇ ਅਧਿਕਾਰ ਖੇਤਰ ਅਧੀਨ ਲੇਖ ਆਉਂਦੇ ਆ ਵਿਸ਼ੇ, ਉਹਨਾਂ ਸੰਬੰਧੀ ਤੁਸੀਂ ਸਾਰੇ ਕੇਸ ਸਾਡੇ ਕੋਲ ਭੇਜ ਦਿਓ ਤਾਂ ਕਿ ਉਹਦਾ ਕੰਮ ਸੌਖਾ ਹੋ ਜੇ। ਠੀਕ ਹੈ, ਤਾਂ ਸੁਪਰੀਮ ਕੋਰਟ ਕਰ ਸਕਦੀ ਹੈ ਜਾਰੀ ਹਾਈ ਕੋਰਟ ਨੂੰ, ਵੀ ਜੇ ਹਾਈ ਕੋਰਟ ਕੋਲੇ ਬਹੁਤ ਸਾਰੇ ਕੇਸ ਆ ਜਿਹੜੇ ਲੰਕਦੇ ਆ ਹਜੇ, ਠੀਕ ਹੈ, ਮਤਲਬ ਉਹਨਾਂ ਦਾ ਫੈਸਲਾ ਨਹੀਂ ਹੋ ਰਿਹਾ, ਬੋਝ ਬਾਹਲਾ ਬਣ ਗਿਆ ਕੰਮ ਦਾ, ਤਾਂ ਅਜਿਹੀ ਸਥਿਤੀ ਦੇ ਵਿੱਚ ਉਤਪ੍ਰੇਖਣ ਲੇਖ ਆ ਜਿਹੜਾ ਉਹ ਜਾਰੀ ਕਰਦੀ ਹੈ ਸੁਪਰੀਮ ਕੋਰਟ ਹਾਈ ਕੋਰਟ ਨੂੰ ਕਿ ਅਜਿਹੇ ਵਿਸ਼ੇ ਜਿਹੜੇ ਕਿ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਆ ਸਕਦੇ ਆ, ਉਹਦੇ ਅਧੀਨ ਆ ਸਕਦੇ ਆ, ਤਾਂ ਉਹ ਸੁਪਰੀਮ ਕੋਰਟ ਨੂੰ ਭੇਜ ਦਿੱਤੇ ਜਾਣ। ਠੀਕ ਹੈ ਜੀ, ਤਾਂ ਇਹਨੂੰ ਕਿਹਾ ਜਾਂਦਾ ਹੈ ਟਰਾਂਸਫਰ ਆਫ ਕੇਸਿਸ। ਓਕੇ, ਅਧਿਕਾਰ ਖੇਤਰ ਅਨੁਸਾਰ ਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਮਾਮਲਾ ਉਹਦੇ ਅਧੀਨ ਆਊਗਾ ਸੁਪਰੀਮ ਕੋਰਟ ਦੇ ਅਧੀਨ, ਉਹਦੇ ਸੰਬੰਧੀ ਹੀ ਕਰੂਗੀ, ਉਹ ਦੂਜੇ ਸੰਬੰਧੀ ਤਾਂ ਕਰ ਨਹੀਂ ਸਕਦੀ। ਠੀਕ ਹੈ ਜੀ, ਤਾਂ ਇਹ ਸੀਗੀਆਂ ਸਾਡੀਆਂ ਰਿਟਸ। ਆਈ ਥਿੰਕ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ ਸਾਰੇ ਕੁਐਸਚਨ, ਜੋ ਵੀ ਕੁਐਸਚਨ ਇਹਦੇ ਵਿੱਚੋਂ ਆਊਗਾ ਤੁਸੀਂ ਆਰਾਮ ਨਾਲ ਉਸ ਦਾ ਆਨਸਰ ਦੇ ਸਕਦੇ ਹੋ। ਠੀਕ ਹੈ, ਤਾਂ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਲੈਕਚਰ, ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟੱਡੀ ਚੈਨਲ, ਤੇ ਕਰਦੇ ਰਹੋ ਆਪਣੇ ਪੇਪਰ ਦੀ ਤਿਆਰੀ। ਥੈਂਕ ਯੂ ਸੋ ਮਚ।